आजकल ਜਿਹੜੇ ਬੱਚੇ ਨੇ ਉਹਨਾਂ 'ਚ ਵੀ ਛੋਟੇ ਬੱਚਿਆਂ 'ਚ ਵੀ ਸਟੋਨ ਡਿਜ਼ੀਜ਼ ਬਹੁਤ ਕਾਮਨ ਹੋ ਰਹੀ ਹੈ। ਇਹ ਜਿਹੜੇ ਜਿੰਨੇ ਲੋਕ ਇੱਥੇ ਆਏ ਨੇ ਇਹਨਾਂ ਦੇ ਸਾਰਿਆਂ ਦਾ ਅਲਟਰਾਸਾਊਂਡ ਕਰਾ ਕੇ ਦੇਖੀਏ ਤਾਂ ਅਰਾਊਂਡ 40 ਤੋਂ 50% ਲੋਕ ਇੱਦਾਂ ਦੇ ਨਿਕਲ ਆਣਗੇ ਜਿਨ੍ਹਾਂ 'ਤੇ ਗੁਰਦੇ 'ਚ ਛੋਟੀ ਮੋਟੀ ਕੋਈ ਨਾ ਕੋਈ ਪੱਥਰੀ ਪਈ ਹੋਈ ਹੈ ਤੇ ਨਾਲੇ ਉਹਨਾਂ ਨੂੰ ਪਤਾ ਵੀ ਨਹੀਂ। ਅੱਜਕੱਲ ਜਿਹੜੇ ਆਪਰੇਸ਼ਨ ਨੇ ਉਹ ਸਾਰੇ ਦੂਰਬੀਨ ਰਾਹੀਂ ਹੀ ਹੋ ਰਹੇ ਹੈ। ਕੋਈ ਚੀਰਫਾੜ ਵਾਲੇ ਆਪਰੇਸ਼ਨ ਪੱਥਰੀਆਂ ਲਈ ਹੁੰਦੇ ਹੀ ਨਹੀਂ, ਉਹ ਆਬਸੋਲੀਟ ਹੋ ਚੁੱਕੇ ਹੈ। ਆਪਾਂ ਹਮੇਸ਼ਾ ਇਹ ਕਹਿੰਦੇ ਹਾਂ ਵੀ ਜਿਹਨੂੰ ਪੱਥਰੀ ਹੈ ਉਹਨੂੰ ਹੀ ਪਤਾ ਹੁੰਦਾ ਵੀ ਦਰਦ ਕਿੱਦਾਂ ਦਾ। ਇਹ ਦਰਦ ਆਉਂਦਾ ਹੈ ਕੁਝ ਟਾਈਮ ਤੱਕ ਬਹੁਤ ਜ਼ਿਆਦਾ ਰਹਿੰਦਾ ਹੈ, ਥੋੜ੍ਹੀ ਦੇਰ ਲਈ ਰਿਲੀਵ ਹੁੰਦਾ ਹੈ ਤੇ ਫਿਰ ਆ ਜਾਂਦਾ, ਜਿੱਦਾਂ ਕਹਿੰਦੇ ਮਰੋੜ ਪੈਂਦੇ। ਸਾਈਜ਼ ਡਿਟਰਮਿਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਪੱਥਰੀ ਦੀ ਲੋਕੇਸ਼ਨ ਅਤੇ ਸਾਈਜ਼ ਇਹੀ ਸਾਨੂੰ ਇਹ ਚੀਜ਼ਾਂ ਦੱਸਦੀਆਂ ਵੀ ਇਸ ਪੱਥਰੀ ਨੂੰ ਆਪਾਂ ਦਵਾਈਆਂ ਨਾਲ ਕੱਢ ਸਕਦੇ ਹਾਂ ਜਾਂ ਇਹਨੂੰ ਆਪਰੇਸ਼ਨ ਦੀ ਲੋੜ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਸਵਾਭਿਮਾਨ ਕੇਸਰੀ ਤੇ ਅੱਜ ਜਿਹੜਾ ਅਸੀਂ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਪੱਥਰੀ। ਹਰ ਏਜ ਦੇ ਗਰੁੱਪ ਦੇ ਵਿੱਚ ਜਿਹੜਾ ਆ ਅੱਜ ਕੱਲ੍ਹ ਪੱਥਰੀ ਦੀ ਸਮੱਸਿਆ ਜਿਹੜੀ ਹੈ ਆਮ ਹੈ ਔਰ ਕਈ ਵਾਰ ਜਿਹੜਾ ਹੈ ਅਸੀਂ ਪੱਥਰੀ ਦੀ ਸਮੱਸਿਆ ਦਾ ਦੇਸੀ ਉਪਚਾਰ ਵੀ ਕਰਨ ਲੱਗ ਜਾਂਦੇ ਆ ਜੋ ਕਿ ਬਹੁਤ ਜ਼ਿਆਦਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ। ਅੱਜ ਪੱਥਰੀ ਦੇ ਉੱਤੇ ਜਿਹੜਾ ਆ ਸਪੈਸ਼ਲ ਗੱਲਬਾਤ ਕਰਨ ਵਾਸਤੇ ਸਾਡੇ ਯੂਰੋਲੋਜੀ ਡਿਪਾਰਟਮੈਂਟ ਤੋਂ ਡਾਕਟਰ ਯੋਗੇਸ਼ ਕਾਲਰਾ ਜੀ ਇਸ ਵਕਤ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਤੇ ਜਾਣ ਲੈਂਦੇ ਹਾਂ। ਸਰ, ਪੱਥਰੀ ਦੀ ਸਮੱਸਿਆ ਜਿਹੜੀ ਆ ਅੱਜ ਕੱਲ੍ਹ ਹਰ ਏਜ ਗਰੁੱਪ ਦੇ ਵਿੱਚ ਆ ਰਹੀ ਹੈ, ਇਹਦੇ ਆਉਣ ਦਾ ਜਿਹੜਾ ਕਾਰਨ ਕੀ ਹੈ ਔਰ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਇਹ ਸਮੱਸਿਆ ਜਿਹੜੀ ਹੈ ਵੇਖੀ ਜਾ ਰਹੀ ਹੈ, ਕਾਰਨ ਕੀ ਹੈ? ਦੇਖੋ, ਜਿਹੜਾ ਆਪਣਾ ਪੰਜਾਬ ਹੈ, ਐਡਜੁਆਇਨਿੰਗ ਸਟੇਟਸ ਨੇ ਹਰਿਆਣਾ ਉੱਤੇ ਜੰਮੂ ਕਸ਼ਮੀਰ ਤੱਕ, ਈਵਨ ਦਿੱਲੀ ਉਸ ਤੋਂ ਬਾਅਦ ਵੀ, ਇਹ ਸਾਰੀ ਇੱਕ ਸਟੋਨ ਬੈਲਟ ਹੈ। ਇਹਨੂੰ ਆਪਾਂ ਸਟੋਨ ਬੈਲਟ ਕਹਿੰਦੇ ਹਾਂ ਕਿਉਂਕਿ ਇੱਥੇ ਡਾਈਟਰੀ ਫੈਕਟਰਸ, ਹੈਰੀਡਿਟਰੀ ਫੈਕਟਰਸ ਇੱਦਾਂ ਦੇ ਨੇ ਕਿ 50% ਵੀ ਘੱਟ ਹੀ ਹੋਏਗਾ। ਮੋਰ ਦੈਨ 50% ਪੋਪੂਲੇਸ਼ਨ ਹੈ ਉਹ ਸਟੋਨ ਡਿਜ਼ੀਜ਼ ਨਾਲੋਂ ਇਫੈਕਟਡ ਹੈਗੀ। ਅੱਜ ਕੱਲ੍ਹ ਆਪਾਂ ਇਹ ਦੇਖ ਰਹੇ ਹਾਂ ਕਿ ਅੱਜ ਕੱਲ੍ਹ ਜਿਹੜੇ ਬੱਚੇ ਨੇ ਉਹਨਾਂ 'ਚ ਵੀ ਛੋਟੇ ਬੱਚਿਆਂ 'ਚ ਵੀ ਸਟੋਨ ਡਿਜ਼ੀਜ਼ ਬਹੁਤ ਕਾਮਨ ਹੋ ਰਹੀ ਹੈ। ਮੇਜਰ ਫੈਕਟਰ ਇਹਦੇ 'ਚ ਡਾਈਟਰੀ ਫੈਕਟਰਸ, ਵਾਟਰ ਟੇਬਲ, ਇਹ ਚੀਜ਼ਾਂ ਨੇ ਜਿਹੜੀਆਂ ਬਹੁਤ ਰੋਲ ਪਲੇ ਕਰਦੀਆਂ ਸਟੋਨਸ ਜਿਹਦੇ ਕਾਰਨ ਗੁਰਦੇ 'ਚ ਬਣਦੇ। ਇਹ ਇੱਕ ਬਹੁਤ ਕਾਮਨ ਪ੍ਰੋਬਲਮ ਹੈ। ਆਪਾਂ ਇਹ ਜਿਹੜਾ ਸਮਾਗਮ ਹੈ ਹੁਣ ਇਹ ਜਿਹੜੇ ਜਿੰਨੇ ਲੋਕ ਇੱਥੇ ਆਏ ਨੇ ਇਹਨਾਂ ਦੇ ਸਾਰਿਆਂ ਦਾ ਅਲਟਰਾਸਾਊਂਡ ਕਰਾ ਕੇ ਦੇਖੀਏ ਤਾਂ ਅਰਾਊਂਡ 40 ਤੋਂ 50% ਲੋਕ ਇੱਦਾਂ ਦੇ ਨਿਕਲ ਆਣਗੇ ਜਿਨ੍ਹਾਂ 'ਤੇ ਗੁਰਦੇ 'ਚ ਛੋਟੀ ਮੋਟੀ ਕੋਈ ਨਾ ਕੋਈ ਪੱਥਰੀ ਪਈ ਹੋਈ ਹੈ ਤੇ ਨਾਲੇ ਉਹਨਾਂ ਨੂੰ ਪਤਾ ਵੀ ਨਹੀਂ। ਹੁਣ ਗੁਰਦੇ ਦੀ ਪੱਥਰੀਆਂ ਦਾ ਇੱਦਾਂ ਹੁੰਦਾ ਵੀ ਗੁਰਦਾ ਜਿਹੜਾ ਹੁੰਦਾ ਹੈ, ਗੁਰਦਾ ਪਿਸ਼ਾਬ ਬਣਾਉਂਦਾ, ਉੱਥੋਂ ਇੱਕ ਪਾਈਪ ਨਿਕਲਦੀ ਹੈ ਜਿਹਨੂੰ ਆਪਾਂ ਯੂਰੇਟਰ ਕਹਿੰਦੇ ਹਾਂ, ਉਹ ਥੱਲੇ ਪਿਸ਼ਾਬ ਦੀ ਥੈਲੀ 'ਚ ਪਿਸ਼ਾਬ ਲੈ ਕੇ ਆਉਂਦੀ ਹੈ। ਜਦ ਤੱਕ ਪੱਥਰੀ ਇਸ ਪਿਸ਼ਾਬ ਦੇ ਬਹਾਵ ਨੂੰ ਰੁਕਾਵਟ ਨਹੀਂ ਪੈਦਾ ਕਰਦੀ ਤਦ ਤੱਕ ਮਰੀਜ਼ ਨੂੰ ਦਰਦ ਨਹੀਂ ਹੁੰਦਾ। ਕਿਉਂਕਿ ਛੋਟੀ ਮੋਟੀ ਪੱਥਰੀ ਸਾਈਡ 'ਚ ਪਈ ਹੋਵੇ ਜਿਹੜੀ ਪਿਸ਼ਾਬ ਦੇ ਬਹਾਵ ਨੂੰ ਰੁਕਾਵਟ ਨਹੀਂ ਪੈਦਾ ਕਰ ਰਹੀ, ਉਹ ਸਾਇਲੈਂਟਲੀ ਪਈ ਰਹਿੰਦੀ ਹੈ। ਜਦ ਸਾਇਲੈਂਟਲੀ ਪੈ ਕੇ ਉਹ ਪਈ ਹੁੰਦੀ ਹੈ, ਹੌਲੀ ਹੌਲੀ ਉਹ ਵੱਡੀ ਹੋ ਜਾਂਦੀ ਹੈ, ਗੁਰਦੇ ਨੂੰ ਖਰਾਬ ਵੀ ਕਰ ਸਕਦੀ ਹੈ। ਇਹ ਚੀਜ਼ ਬਹੁਤ ਖਤਰਨਾਕ ਹੁੰਦੀ ਹੈ। ਜੇ ਕੋਈ ਪੱਥਰੀ ਆ ਕੇ ਫਸਾ ਜਾਏ ਤੇ ਮਰੀਜ਼ ਨੂੰ ਦਰਦ ਹੋ ਜਾਏ ਤਾਂ ਜਾ ਕੇ ਆਪਣਾ ਅਲਟਰਾਸਾਊਂਡ ਕਰਾ ਲੈਂਦਾ ਹੈ, ਐਕਸਰੇ ਕਰਾ ਲੈਂਦਾ, ਉਹਦੇ ਨਾਲ ਚੀਜ਼ਾਂ ਪਤਾ ਚੱਲ ਜਾਂਦੀਆਂ। ਜਿਹੜੀ ਛੋਟੀ ਪੱਥਰੀਆਂ ਹੁੰਦੀਆਂ ਮੋਸਟਲੀ ਉਹ ਦਵਾਈਆਂ ਨਾਲ ਠੀਕ ਹੋ ਜਾਂਦੀਆਂ। ਜਿਹੜੀ ਵੱਡੀ ਪੱਥਰੀਆਂ ਵੀ ਹੁੰਦੀਆਂ ਜਿਹਦੇ ਲਈ ਆਪਾਂ ਨੂੰ ਆਪਰੇਸ਼ਨ ਕਰਨਾ ਪੈਂਦਾ ਹੈ। ਅੱਜ ਕੱਲ੍ਹ ਜਿਹੜੇ ਆਪਰੇਸ਼ਨ ਨੇ ਉਹ ਸਾਰੇ ਦੂਰਬੀਨ ਰਾਹੀਂ ਹੀ ਹੋ ਰਹੇ ਹੈ। ਕੋਈ ਚੀਰਫਾੜ ਵਾਲੇ ਆਪਰੇਸ਼ਨ ਪੱਥਰੀਆਂ ਲਈ ਹੁੰਦੇ ਹੀ ਨਹੀਂ, ਉਹ ਆਬਸੋਲੀਟ ਹੋ ਚੁੱਕੇ ਹੈ। ਜਾਂ ਤਾਂ ਮੈਕਸਿਮਮ ਇੱਕ ਛੋਟਾ ਜਿਹਾ ਛੇਦ ਇੱਥੇ ਪਿੱਛੇ ਕਰਕੇ ਗੁਰਦੇ 'ਚ ਦੂਰਬੀਨ ਪਾ ਕੇ ਪੱਥਰੀ ਨੂੰ ਕੱਢਿਆ ਜਾ ਸਕਦਾ, ਨਹੀਂ ਤਾਂ ਪਿਸ਼ਾਬ ਦੇ ਰਸਤੇ 'ਚੋਂ ਹੀ ਦੂਰਬੀਨ ਪਾ ਕੇ ਲੇਜ਼ਰ ਨਾਲ ਗੁਰਦੇ ਦੀ ਪੱਥਰੀ ਨੂੰ ਇੱਕਦਮ ਮਿੱਟੀ ਬਣਾਇਆ ਜਾ ਸਕਦਾ। ਮੈਂ ਕਾਲਰਾ ਨਰਸਿੰਗ ਹੋਮ ਜਮਾਲਪੁਰ ਕਲੋਨੀ ਲੁਧਿਆਣਾ ਦਾ ਯੂਰੋਲੋਜੀ ਡਿਪਾਰਟਮੈਂਟ ਹੈੱਡ ਕਰ ਰਿਹਾ ਅਤੇ ਮੈਂ ਸੀਨੀਅਰ ਕੰਸਲਟੈਂਟ ਹੈਗਾ ਦੀਪਕ ਹਸਪੀਟਲ ਸਰਾਭਾ ਨਗਰ ਵੀ। ਉੱਥੇ ਆਪਾਂ ਜਿੰਨੇ ਵੀ ਐਡਵਾਂਸ ਸਰਜਰੀਜ਼ ਯੂਰੋਲੋਜੀ ਦੀ ਹੁੰਦੀਆਂ ਗੁਰਦੇ ਦੀ ਪੱਥਰੀਆਂ ਦੀ, ਜਿਹਨੂੰ ਸਭ ਤੋਂ ਲੇਟੈਸਟ ਜਿਹੜੀ ਟੈਕਨੋਲੋਜੀ ਹੈ RIRS ਵਿਦ ਲੇਜ਼ਰ, ਉਹ ਉੱਥੇ ਆਪਾਂ ਕਰ ਰਹੇ ਹਾਂ। ਬੇਸਿਕ ਯੂਰੋਲੋਜੀ ਦੇ ਜਿੰਨੇ ਵੀ ਕੇਸਿਸ ਇਨਕਲੂਡਿੰਗ ਐਡਵਾਂਸਡ ਐਂਡੋ ਯੂਰੋਲੋਜੀ, ਜਿਹਦੇ 'ਚ ਆਪਾਂ ਬਿਨਾਂ ਕਿਸੇ ਚੀਰ ਫਾੜ ਦੇ ਬਗੈਰ ਇੱਕ ਟਾਂਕਾ ਵੀ ਸਰੀਰ 'ਚ ਨਹੀਂ ਲੱਗਦਾ, ਜਿਹੜਾ ਪਿਸ਼ਾਬ ਦਾ ਨੈਚੁਰਲ ਛੇਦ ਹੈ ਉਹਦੇ 'ਚ ਹੀ ਦੂਰਬੀਨ ਪਾ ਕੇ ਆਪਾਂ ਗੁਰਦੇ ਦੀ ਪੱਥਰੀ ਤੱਕ ਆਪਰੇਸ਼ਨ ਕਰਕੇ ਆ ਸਕਦੇ ਹਾਂ ਅਤੇ ਉਸੇ ਦਿਨ ਈਵਨਿੰਗ 'ਚ ਜਾਂ ਅਗਲੇ ਦਿਨ ਮਰੀਜ਼ ਡਿਸਚਾਰਜ ਵੀ ਹੋ ਜਾਂਦਾ। ਸਿਰਫ ਇੱਕ ਦਿਨ ਦਾ ਵਕਤ ਲੱਗਦਾ ਆ ਕਿ ਕੁਝ ਘੰਟਿਆਂ ਦਾ ਹੀ? ਆਪਰੇਸ਼ਨ ਕਰਨ 'ਚ ਤਾਂ 1-1.5 ਘੰਟੇ ਦਾ ਵਕਤ ਲੱਗਦਾ ਅਤੇ 6-7 ਘੰਟੇ ਆਪਰੇਸ਼ਨ ਤੋਂ ਬਾਅਦ ਆਬਜ਼ਰਵੇਸ਼ਨ, ਸ਼ਾਮ ਨੂੰ ਜਾਂ ਜੋ ਮਰੀਜ਼ ਰੁਕਣਾ ਚਾਹਵੇ ਉਹਨੂੰ ਅਗਲੇ ਦਿਨ ਆਪਾਂ ਛੁੱਟੀ ਦੇ ਸਕਦੇ ਹਾਂ। ਉਮਰ ਦੀ ਗੱਲ ਕਰੀਏ, ਉਮਰ ਫੈਕਟਰ ਦੀ ਗੱਲ ਕਰ ਲੈਂਦੇ ਹਾਂ, ਏਜ ਫੈਕਟਰ ਦੀ, ਤਾਂ ਕਿਹੜੀ ਏਜ ਵਾਲਾ ਜਿਹੜਾ ਵਿਅਕਤੀ ਜਿਹੜਾ ਇਹ ਆਪਰੇਸ਼ਨ ਕਰਾ ਸਕਦਾ ਕਿ ਹਰ ਏਜ ਦਾ ਜਿਹੜਾ ਵਿਅਕਤੀ ਜਿਹੜਾ ਇਹਦਾ ਆਪਰੇਸ਼ਨ ਜਿਹੜਾ ਆ ਕਰਾ ਸਕਦਾ ਹੈ? ਦੇਖੋ, ਹਰ ਏਜ ਦਾ ਵਿਅਕਤੀ ਜਿਹਦੇ 'ਚ ਆਪਰੇਸ਼ਨ ਇੰਡੀਕੇਟਿਡ ਹੈਗਾ, ਆਪਰੇਸ਼ਨ ਰਿਕੁਆਇਰਡ ਹੈਗਾ, ਉਹ ਆਪਰੇਸ਼ਨ ਹੋ ਸਕਦਾ। ਕੋਈ ਮੁਸ਼ਕਿਲ ਤਾਂ ਨਹੀਂ ਆਉਂਦੀ ਉਹਦੇ ਨਾਲ? ਨਹੀਂ, ਮੁਸ਼ਕਿਲ ਤਾਂ ਦੇਖੋ, ਇੱਕ ਦੇਖਣ 'ਚ ਇਹ ਟੈਕਨੋਲੋਜੀ ਬੜੀ ਆਸਾਨ ਲੱਗਦੀ ਹੈ
ਜਿਹੜੀ ਜਿਹਦੀ ਮੈਂ ਗੱਲ ਕਰ ਰਿਹਾ ਵੀ ਆਪਾਂ ਪਿਸ਼ਾਬ ਦੇ ਛੇਦ ਜਿਹੜਾ ਨੈਚੁਰਲ ਛੇਦ ਕੁਦਰਤ ਨੇ ਸਾਨੂੰ ਦਿੱਤਾ, ਉੱਥੋਂ ਦੂਰਬੀਨ ਪਾਈ, ਗੁਰਦੇ ਤੱਕ ਪਹੁੰਚ ਗਏ, ਲੇਜ਼ਰ ਨਾਲ ਪੱਥਰੀ ਤੋੜਤੀ। ਸੁਣਨ 'ਚ ਬੜਾ ਆਸਾਨ ਲੱਗਦਾ, ਬਟ ਇਹ ਹਾਈਲੀ ਸਪੈਸ਼ਲਾਈਜ਼ਡ ਹਾਈਲੀ ਟੈਕਨੀਕਲ ਫੀਲਡ ਹੈ, ਜਿਹਦੀ ਕਿ ਬਹੁਤ ਸਾਲਾਂ ਪੜ੍ਹਾਈ ਕਰਕੇ ਉਹਦੇ 'ਚ ਤੁਸੀਂ ਮਹਾਰਤ ਹਾਸਿਲ ਕਰਦੇ ਹੋ। ਬਟ ਇਹ ਜਿਹੜੀ ਚੀਜ਼ ਹੈ ਇਹ ਪੋਪੂਲੇਸ਼ਨ ਲਈ, ਲੋਕਾਂ ਲਈ ਬੂਨ ਹੈ, ਕਿਉਂਕਿ ਜੇ ਆਪਾਂ ਇਹ ਆਪਰੇਸ਼ਨ ਕਰੀਏ, ਗੁਰਦੇ 'ਚ ਕੋਈ ਸੱਟ ਨਹੀਂ ਲੱਗਦੀ, ਤੇ ਕਿੰਨੇ ਹੀ ਪ੍ਰੋਫੈਸ਼ਨਲਸ ਇੱਦਾਂ ਦੇ ਹੁੰਦੇ ਆ ਜਿਹੜੇ ਪ੍ਰੋਫੈਸ਼ਨਲ ਬੋਡੀ ਬਿਲਡਰ ਨੇ, ਜਿਹੜੇ ਇੰਡਸਟਰੀ 'ਚ ਲੋਕ ਕੰਮ ਕਰਦੇ ਹਨ, ਜਿਨ੍ਹਾਂ ਦਾ ਕੰਮ ਹੁੰਦਾ ਉਹਨਾਂ ਨੇ ਭਾਰ ਚੁੱਕਣਾ ਹੁੰਦਾ, ਉਹਨਾਂ ਲਈ ਇਹ ਆਪਰੇਸ਼ਨ ਸਭ ਤੋਂ ਜ਼ਿਆਦਾ ਇੱਕ ਵਰਦਾਨ ਹੀ ਹੈ। ਕਿਉਂਕਿ ਜੇ ਗੁਰਦੇ 'ਚ ਆਪਾਂ ਛੇਦ ਕਰਕੇ ਆਪਰੇਸ਼ਨ ਕਰੀਏ ਜਾਂ ਚੀਰਾ ਲਗਾ ਕੇ ਆਪਰੇਸ਼ਨ ਕਰੀਏ, ਭਾਰ ਚੱਕਣ ਤੋਂ ਬਾਅਦ 'ਚੋਂ ਬਲੀਡਿੰਗ ਵਗੈਰਾ ਹੋ ਸਕਦੀ ਹੈ। ਇਸ ਆਪਰੇਸ਼ਨ ਦੇ ਨਾਲ ਕੋਈ ਖਾਸ ਕੰਪਲਿਕੇਸ਼ਨਸ ਨਹੀਂ ਹੈਗੇ ਨੇ, ਇਹਦੇ ਰਿਜ਼ਲਟਸ ਬਹੁਤ ਹੀ ਵਧੀਆ ਨੇ। ਆਮ ਤੌਰ ਤੇ ਪੰਜਾਬ ਦੇ ਵਿੱਚ ਇਦਾਂ ਕੀਤਾ ਜਾਂਦਾ ਕਿ ਕਈ ਜਾਦੂ ਟੂਣੇ ਵਾਲੇ ਵੀ ਜਿਹੜੇ ਨੇ ਇਹ ਗੱਲ ਕਰਦੇ ਨੇ ਕਿ ਅਸੀਂ ਜਾਦੂ ਟੂਣਿਆਂ ਦੇ ਨਾਲ ਜਿਹੜਾ ਆ ਪੱਥਰੀ ਜਿਹੜੀ ਹੈ ਬਾਹਰ ਕੱਢ ਦਿੰਦੇ ਆ। ਕੁਝ ਜਿਹੜੇ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਦਵਾਈਆਂ ਦਿੰਦੇ ਨੇ, ਔਰ ਦੇਸੀ ਜਿਹੜੀਆਂ ਦਵਾਈਆਂ ਦੇ ਨਾਲ ਦਾਅਵਾ ਕਰਦੇ ਨੇ ਕਿ ਅਸੀਂ ਜਿਹੜੀ ਆ ਪੱਥਰੀ ਕੱਢ ਦਿੰਦੇ ਆ। ਤੁਹਾਨੂੰ ਲੱਗ ਰਿਹਾ ਹੈ ਕਿ ਉਹ ਜਿਹੜਾ ਕਿਤੇ ਨਾ ਕਿਤੇ ਸਿਰਫ ਲੋਕਾਂ ਨੂੰ ਠੱਗਦੇ ਨਹੀਂ, ਔਰ ਇਸ ਦੇ ਨਾਲ ਜਿਹੜਾ ਆ ਮਰੀਜ਼ ਨੂੰ ਜਿਹੜਾ ਇੱਕ ਤਾਂ ਉਹਦਾ ਪੈਸਾ ਜਾਂਦਾ, ਉਸ ਤੋਂ ਜਾਨ ਦਾ ਵੀ ਖਤਰਾ ਹੋ ਸਕਦਾ ਹੈ। ਦੇਖੋ, ਲੋਕਾਂ ਦਾ ਫੇਥ ਹੈ, ਇਹਦੇ ਬਾਰੇ ਮੈਂ ਕੁਝ ਕਮੈਂਟ ਨਹੀਂ ਕਰੂੰਗਾ, ਬਟ ਮੈਂ ਲੋਕਾਂ ਨੂੰ ਇੱਕ ਗੁਜ਼ਾਰਿਸ਼ ਜ਼ਰੂਰ ਕਰੂੰਗਾ ਕਿ ਜੇ ਤਾਂ ਤੁਹਾਨੂੰ ਕੋਈ ਵੀ ਡਿਜ਼ੀਜ਼ ਹੈਗੀ ਹੈ ਜਾਂ ਉਹਦੀ ਪ੍ਰੋਬਲਮ ਹੈ, ਕਿਸੇ ਵੀ ਵੈਲ ਕੁਆਲੀਫਾਈਡ ਡਾਕਟਰ ਜੋ ਕਿ ਉਸ ਫੀਲਡ ਦਾ ਹੈ ਉਹਨੂੰ ਜ਼ਰੂਰ ਸੰਪਰਕ ਕਰਨ। ਜਿਹੜੇ ਤੁਹਾਡੇ ਰਿਲੀਜੀਅਸ ਫੇਥਸ ਨੇ ਉਹ ਇੱਕ ਸਾਈਡ ਨੇ, ਬਟ ਜਿਹੜੀ ਡਾਕਟਰੀ ਨੌਲੇਜ ਹੈ, ਡਾਕਟਰੀ ਸਪੈਸ਼ਲਾਈਜੇਸ਼ਨ ਹੈ, ਉਹ ਬਿਲਕੁਲ ਵੱਖਰੀ ਹੁੰਦੀ ਹੈ। ਉਹ ਟੈਕਨੀਕਲ ਪੁਆਇੰਟ ਆਫ ਵਿਊ ਨਾਲ ਸਟੈਪ ਬਾਏ ਸਟੈਪ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਜੇ ਸਹੀ ਟਾਈਮ 'ਚ ਫੜੀ ਜਾਏ, ਉਹ ਪੂਰੀ ਤਰ੍ਹਾਂ 100% ਕਿਉਰ ਹੋ ਸਕਦਾ ਹੈ। ਅੱਛਾ, ਆਪਾਂ ਪੱਥਰੀ ਦੀ ਗੱਲ ਕਰ ਰਹੇ ਹਾਂ, ਆਪਾਂ ਗੁਰਦੇ ਦੀ ਪੱਥਰੀ ਹੋਵੇ ਜਾਂ ਪਿੱਤੇ ਦੀ ਪੱਥਰੀ, ਕਿਸੇ ਵੀ ਤਰ੍ਹਾਂ ਦੀ ਪੱਥਰੀ ਹੋਵੇ, ਉਸ ਸਮੇਂ ਜਦੋਂ ਦਰਦ ਹੁੰਦੀ ਆ, ਉਸ ਸਮੇਂ ਹੀ ਵਿਅਕਤੀ ਜਿਹੜਾ ਹੈ ਤੁਹਾਡੇ ਕੋਲ ਪਹੁੰਚਦਾ ਆ। ਤੁਹਾਨੂੰ ਲੱਗ ਰਿਹਾ ਹੈ ਕਿ ਉਸ ਤੋਂ ਪਹਿਲਾਂ ਵੀ ਜਿਹੜਾ ਸਾਨੂੰ ਸਾਡੀ ਜਿਹੜੀ ਬੋਡੀ ਹੈ ਇੰਡੀਕੇਟ ਕਰ ਦਿੰਦੀ ਹੈ ਕਿ ਸਾਡੀ ਬੋਡੀ ਦੇ ਵਿੱਚ ਪੱਥਰੀ ਬਣ ਰਹੀ ਹੈ, ਤਾਂ ਕਿਵੇਂ ਪਤਾ ਲੱਗੇ ਕਿ ਸਾਡੀ ਬੋਡੀ ਦੇ ਵਿੱਚ ਇਸ ਸਮੇਂ ਜਿਹੜੀ ਹੈ ਪੱਥਰੀ ਮੌਜੂਦ ਹੈ? ਦੇਖੋ, ਜੇ ਤਾਂ ਕੋਈ ਛੋਟੀ ਮੋਟੀ ਪੱਥਰੀ ਪਈ ਹੈ ਗੁਰਦੇ 'ਚ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋ ਰਹੀ, ਨੈਚੁਰਲ ਜੀ ਚੀਜ਼ ਹੈ, ਕਿਸੇ ਨੂੰ ਪਤਾ ਨਹੀਂ ਲੱਗੇਗਾ ਕਿ ਉਹਨੂੰ ਪ੍ਰੋਬਲਮ ਹੋ ਰਹੀ ਹੈ। ਦਰਦ ਹੋਣਾ, ਜਿੱਦਾਂ ਮੈਂ ਪਹਿਲਾਂ ਦੱਸਿਆ, ਦਰਦ ਤਾਂ ਹੁੰਦਾ ਜਦ ਪਿਸ਼ਾਬ ਦੇ ਬਹਾਵ 'ਚ ਰੁਕਾਵਟ ਆਉਂਦੀ ਹੈ। ਜਦ ਰੁਕਾਵਟ ਆਉਂਦੀ ਹੈ ਦਰਦ ਹੁੰਦਾ ਹੈ। ਨੈਚੁਰਲੀ ਜਦ ਕਿਸੇ ਪੇਸ਼ੈਂਟ ਨੂੰ ਥੋੜ੍ਹਾ ਜਿਹਾ ਦਰਦ ਹੋਏਗਾ ਜਾਂ ਪ੍ਰੋਬਲਮ ਹੋਏਗੀ, ਤਾਂ ਹੀ ਉਹ ਅਲਟਰਾਸਾਊਂਡ ਜਾਂ ਐਕਸ-ਰੇ ਜਾਂ ਜੋ ਵੀ ਰਿਲੇਟਡ ਇਨਵੈਸਟੀਗੇਸ਼ਨ ਹੈ ਉਹ ਕਰਾਉਣ ਜਾਏਗਾ। ਪਰ ਜੇ ਤਾਂ ਮੰਨ ਲਓ ਕਿਸੇ ਨੂੰ ਪਿਸ਼ਾਬ 'ਚ ਬਾਰ-ਬਾਰ ਇਨਫੈਕਸ਼ਨ ਹੋ ਰਿਹਾ ਹੈ ਜਾਂ ਪਿਸ਼ਾਬ 'ਚ ਖੂਨ ਆ ਰਿਹਾ ਹੈ, ਕਦੇ ਲੱਗਿਆ ਵੀ ਉਹਨੂੰ ਥੋੜ੍ਹਾ ਜਿਹਾ ਪਿਸ਼ਾਬ ਲਾਲ ਆਇਆ ਹੈ ਜਾਂ ਪਿਸ਼ਾਬ 'ਚ ਜਲਨ ਹੋ ਰਹੀ ਹੈ, ਉਹ ਆਪਣਾ ਅਲਟਰਾਸਾਊਂਡ ਜ਼ਰੂਰ ਕਰਾਵੇ, ਕਿਉਂਕਿ ਕਦੇ-ਕਦੇ ਇਹ ਪੱਥਰੀ ਦੇ ਲੱਛਣ ਵੀ ਹੋ ਸਕਦੇ ਹਨ। ਅੱਛਾ, ਇਹਦੀ ਦਰਦ ਦੀ ਗੱਲ ਕਰ ਲੈਂਦੇ ਹਾਂ। ਇਹਦੀ ਦਰਦ ਕਿਸ ਤਰ੍ਹਾਂ ਦੀ ਹੁੰਦੀ ਹੈ, ਤੇ ਕੀ ਇਹਦੀ ਆਪਾਂ ਨੂੰ ਜਿਹੜੀ ਇਹਦੀ ਦਰਦ ਹੈ ਲਗਾਤਾਰ ਹੁੰਦੀ ਹੈ ਕਿ ਬਾਅਦ ਵਿੱਚ ਰੁਕ ਵੀ ਜਾਂਦੀ ਹੈ, ਫਿਰ ਜਿਹੜਾ ਸਾਲ ਡੇਢ ਸਾਲ ਬਾਅਦ ਫਿਰ ਦਰਦ ਹੋਵੇ, ਇਸ ਤਰ੍ਹਾਂ ਦਾ ਕੁਝ ਵੀ ਹੈ? ਕਈ ਵਾਰ ਆਪਾਂ ਇਗਨੋਰ ਕਰਦੇ ਹਾਂ ਨਾ ਘਰ ਦੇ ਵਿੱਚ ਕਿ ਦਰਦ ਹੋਈ, ਪਤਾ ਨਹੀਂ, ਚੱਲ ਕੋਈ ਗੱਲ ਨਹੀਂ, ਫਿਰ 2-3 ਦਿਨ ਬਾਅਦ ਕਿ ਇਹਦੀ ਇੱਕ ਵਾਰ ਦਰਦ ਹੋਣੀ ਸ਼ੁਰੂ ਹੋ ਜਾਏ ਤੇ ਲਗਾਤਾਰ ਹੁੰਦੀ ਹੈ। ਕਿਸ ਤਰ੍ਹਾਂ ਦੀ ਦਰਦ ਹੈ? ਦੇਖੋ, ਪੱਥਰੀ ਦਾ ਦਰਦ ਸਪਾਜ਼ਮੋਟਿਕ ਪੇਨ ਹੁੰਦਾ। ਜਦ ਪੱਥਰੀ ਫਸਦੀ ਹੈ ਆ ਕੇ ਉਹਦਾ ਦਰਦ ਸ਼ੁਰੂ ਹੁੰਦਾ, ਜਿਹੜਾ ਕਿ ਸਹਾਰਿਆ ਜਾਣਾ ਹੀ ਬੜਾ ਮੁਸ਼ਕਿਲ ਹੁੰਦਾ। ਆਪਾਂ ਹਮੇਸ਼ਾ ਇਹ ਕਹਿੰਦੇ ਹਾਂ ਵੀ ਜਿਹਨੂੰ ਪੱਥਰੀ ਹੈ ਉਹਨੂੰ ਹੀ ਪਤਾ ਹੁੰਦਾ ਵੀ ਦਰਦ ਕਿੱਦਾਂ ਦਾ। ਇਹ ਦਰਦ ਆਂਦਾ ਹੈ, ਕੁਝ ਟਾਈਮ ਤੱਕ ਬਹੁਤ ਜ਼ਿਆਦਾ ਰਹਿੰਦਾ ਹੈ, ਥੋੜ੍ਹੀ ਦੇਰ ਲਈ ਰਿਲੀਵ ਹੁੰਦਾ ਹੈ ਤੇ ਫਿਰ ਆ ਜਾਂਦਾ, ਜਿੱਦਾਂ ਕਹਿੰਦੇ ਮਰੋੜ ਪੈਂਦੇ, ਇਸ ਟਾਈਪ ਦਾ ਦਰਦ ਹੁੰਦਾ। ਤੇ ਇੱਦਾਂ ਦਾ ਜੋ ਪੇਸ਼ੈਂਟ ਜਿਹਨੂੰ ਇੱਦਾਂ ਦਾ ਦਰਦ ਹੋ ਰਿਹਾ ਹੋਏ, ਅਰਜੈਂਟਲੀ ਉਹਨੂੰ ਇੰਜੈਕਸ਼ਨਸ ਜਾਂ ਸੂਟੇਬਲ ਦਵਾਈਆਂ ਦੇ ਕੇ ਦਰਦ ਨੂੰ ਮੈਨੇਜ ਕੀਤਾ ਜਾਣਾ ਚਾਹੀਦਾ। ਰੈਲੇਵੈਂਟ ਇਨਵੈਸਟੀਗੇਸ਼ਨਸ ਕਰਾ ਕੇ ਇਹ ਡਿਟਰਮਿਨ ਕੀਤਾ ਜਾਣਾ ਚਾਹੀਦਾ ਵੀ ਜਿਹੜੀ ਪੱਥਰੀ ਹੈਗੀ ਹੈ ਉਹ ਕਿਹੜੇ ਲੈਵਲ 'ਤੇ ਹੈ, ਗੁਰਦੇ 'ਚ ਹੈਗੀ ਹੈ, ਪਿਸ਼ਾਬ ਦੀ ਪਾਈਪ 'ਚ ਫਸੀ ਹੈ ਜਾਂ ਥੱਲੇ ਪਿਸ਼ਾਬ ਦੀ ਥੈਲੀ ਵੱਲ ਹੈ ਜਾਂ ਉੱਤੇ ਹੈ ਜਾਂ ਪਿਸ਼ਾਬ ਦੀ ਥੈਲੀ 'ਚ ਆ ਚੁੱਕੀ ਹੈ। ਇਹ ਚੀਜ਼ਾਂ ਡਿਟਰਮਿਨ ਕਰਕੇ ਉਹਦਾ ਸਾਈਜ਼ ਡਿਟਰਮਿਨ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਪੱਥਰੀ ਦੀ ਲੋਕੇਸ਼ਨ ਤੇ ਸਾਈਜ਼ ਇਹੀ ਸਾਨੂੰ ਇਹ ਚੀਜ਼ਾਂ ਦੱਸਦੀਆਂ ਵੀ ਇਸ ਪੱਥਰੀ ਨੂੰ ਆਪਾਂ ਦਵਾਈਆਂ ਨਾਲ ਕੱਢ ਸਕਦੇ ਹਾਂ ਜਾਂ ਇਹਨੂੰ ਆਪਰੇਸ਼ਨ ਦੀ ਲੋੜ। ਹੁਣ ਪੱਥਰੀ ਦਾ ਸਾਈਜ਼ ਜੇ ਇੱਦਾਂ ਦਾ ਹੋਇਆ ਵੀ ਜਿਹੜਾ ਕਿਤੇ ਵੀ ਫਸ ਸਕਦਾ, ਉਹਨੂੰ ਕਦੇ ਵੀ ਦਵਾਈਆਂ ਨਾਲ ਕੱਢਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜਿੱਥੇ ਵੀ ਫਸਦਾ ਉੱਥੇ ਨੁਕਸਾਨ ਕਰਦਾ, ਦਰਦ ਕਰਦਾ, ਇਨਫੈਕਸ਼ਨ ਕਰਦਾ। ਤਾਂ ਹੀ ਮੈਂ ਤੁਹਾਨੂੰ ਦੱਸਿਆ ਵੀ ਪੱਥਰੀ ਦਾ ਸਾਈਜ਼ ਤੇ ਪੱਥਰੀ ਦੀ ਜਿਹੜੀ ਲੋਕੇਸ਼ਨ ਹੈ ਉਹ ਬਹੁਤ ਇੰਪੋਰਟੈਂਟ ਹੈ ਇਹ ਚੀਜ਼ ਦੇਖਣ ਲਈ ਕਿ ਇਹ ਪੱਥਰੀ ਦਵਾਈ ਨਾਲ ਆ ਸਕਦੀ ਹੈ ਨਹੀਂ। ਉਹ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਜ਼ਿਆਦਾ ਮਰੀਜ਼ਾਂ ਨੂੰ ਆਪਰੇਸ਼ਨ ਦੀ ਲੋੜ ਪੈਂਦੀ ਹੈ ਜਾਂ ਦਵਾਈਆਂ ਨਾਲ ਜ਼ਿਆਦਾ ਮਰੀਜ਼ਾਂ ਨੂੰ ਦਵਾਈਆਂ ਦੀ ਲੋੜ ਪੈਂਦੀ ਹੈ, ਬਟ ਸਾਈਜ਼ ਅਪਰੋਪਰੀਏਟ ਹੋਵੇ, ਲੋਕੇਸ਼ਨ ਅਪਰੋਪਰੀਏਟ ਹੋਵੇ, ਕਾਫੀ ਪੇਸ਼ੈਂਟਸ ਨੂੰ ਦਵਾਈਆਂ ਨਾਲ ਮੈਨੇਜ ਕੀਤਾ ਜਾ ਸਕਦਾ। ਇੱਕ ਮਿੱਥ ਹੈ ਕਿ ਅਗਰ ਤੁਸੀਂ ਪੱਥਰੀ ਦਾ ਜਿਹੜਾ ਆਪਰੇਸ਼ਨ ਕਰਾਉਂਦੇ ਹੋ ਉਸ ਤੋਂ ਬਾਅਦ ਜਿਹੜਾ ਫਿਰ ਪੱਥਰੀ ਆਉਣ ਦੇ ਚਾਂਸਿਸ ਹੁੰਦੇ ਨੇ, ਕਿੰਨੇ ਪਰਸੈਂਟ ਜੇ ਚਾਂਸਿਸ ਹੁੰਦੇ ਨੇ ਤੇ ਕਿੰਨੇ ਪਰਸੈਂਟ ਕਿ ਦੁਬਾਰਾ ਜਿਹੜਾ ਹੈ ਆਪਰੇਸ਼ਨ ਕਰਾਉਣ ਤੋਂ ਬਾਅਦ ਜਿਹੜਾ ਹੈ ਪੱਥਰੀ ਹੋਣ ਦਾ ਜਿਹੜਾ ਲੱਗ ਰਿਹਾ ਕਿ ਦੁਬਾਰਾ ਪੱਥਰੀ ਉਸ ਜਗ੍ਹਾ ਦੇ ਉੱਤੇ ਹੋ ਸਕਦੀ ਹੈ, ਇੱਦਾਂ ਦੇ ਚਾਂਸਿਸ ਹੈ ਜਾਂ ਕਿ ਇਕੱਲਾ ਮਿੱਥੀ ਹੈ ਗੱਲ? ਦੇਖੋ, ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ ਵੀ ਜਿਹੜਾ ਗੁਰਦਾ ਇੱਕ ਵਾਰੀ ਪੱਥਰੀ ਬਣਾਉਣਾ ਸਿੱਖ ਗਿਆ ਉਹ ਦੁਬਾਰਾ ਪੱਥਰੀ
ਬਣਾਉਂਦਾ ਹੈ। ਤੇ ਕਿਸੇ ਪੇਸ਼ੈਂਟ ਨੂੰ ਜੇ ਪੱਥਰੀ ਹੋ ਗਈ ਗੁਰਦੇ ਯੂਰੀਨਰੀ ਟਰੈਕਟ ਦੀ, ਤੇ ਉਸ ਤੋਂ ਬਾਅਦ ਲਾਈਫ ਟਾਈਮ 'ਚ 50% ਚਾਂਸਿਸ ਹੁੰਦੇ ਕਿ ਉਹਨੂੰ ਪੱਥਰੀ ਦੁਬਾਰਾ ਹੋਏਗੀ। ਪਰ ਜੇ ਆਪਾਂ ਡਾਈਟਰੀ ਫੈਕਟਰਸ ਨੂੰ ਮੋਡੀਫਾਈ ਕਰ ਲਈਏ ਤੇ ਆਪਣੇ ਆਪ ਨੂੰ ਵੈਲ ਹਾਈਡਰੇਟਡ ਰੱਖੀਏ, ਨਮਕ ਦੀ ਖਪਤ ਘੱਟ ਕਰੀਏ, ਤੇ ਸਟੋਨ ਜਿਹੜਾ ਸਟੋਨ ਮੰਨ ਲਓ ਕਿਸੇ ਦਾ ਕੋਈ ਸਟੋਨ ਨਿਕਲਿਆ ਹੈ, ਆਪਾਂ ਕੱਢਿਆ, ਉਹਦਾ ਐਨਾਲਿਸਿਸ ਕਰਾ ਕੇ ਉਹਦੇ ਹਿਸਾਬ ਨਾਲ ਡਾਈਟ ਪੈਟਰਨ, ਉਹਦੇ ਹਿਸਾਬ ਨਾਲ ਵੀ ਸਟੋਨ ਕਿਸ ਚੀਜ਼ ਦਾ ਬਣਿਆ, ਉਹ ਕੈਲਸ਼ੀਅਮ ਆਕਸਾਈਡ ਦਾ ਸਟੋਨ ਹੈ, ਯੂਰਿਕ ਐਸਿਡ ਦਾ ਸਟੋਨ ਹੈ, ਉਹਦੇ ਹਿਸਾਬ ਨਾਲ ਆਪਾਂ ਡਾਈਟ ਮੋਡੀਫਾਈ ਕਰ ਲਈਏ ਆਪਣੇ ਡਾਈਟ ਨੂੰ ਕਰ ਲਈਏ ਜੇ ਮੋਡੀਫਾਈ, ਤੇ ਅੱਗੇ ਜਾ ਕੇ ਇਹ ਜਿਹੜੀ ਪ੍ਰੋਬੇਬਿਲਿਟੀ ਹੁੰਦੀ ਹੈ ਪੱਥਰੀ ਬਣਨ ਦੀ, ਇਹ ਡੈਫੀਨੇਟਲੀ ਘੱਟ ਹੋ ਜਾਂਦੀ ਹੈ। ਲਾਸਟ ਸਵਾਲ ਹੈ ਕਿ ਡਾਈਟ ਜਿਹੜੀ ਹੈ ਇੱਕ ਪੱਥਰੀ ਦੇ ਪੇਸ਼ੈਂਟ ਨੂੰ ਕਿਸ ਤਰ੍ਹਾਂ ਦੀ ਲੈਣੀ ਚਾਹੀਦੀ ਹੈ, ਆਪਰੇਸ਼ਨ ਕਰਾਉਣ ਤੋਂ ਪਹਿਲਾਂ ਵੀ ਤੇ ਬਾਅਦ ਦੇ ਵਿੱਚ ਵੀ? ਦੇਖੋ, ਡਾਈਟ ਜਿਹੜੀ ਹੁੰਦੀ ਹੈ ਬੇਸਿਕਲੀ ਸਭ ਤੋਂ ਪਹਿਲੀ ਚੀਜ਼ ਮੈਂ ਇਹ ਕਹਿਣਾ ਚਾਹੂੰਗਾ ਕਿ ਆਪਣੇ ਆਪ ਨੂੰ ਵੈਲ ਹਾਈਡਰੇਟਡ ਰੱਖੋ। ਗਰਮੀਆਂ 'ਚ ਤੁਹਾਨੂੰ ਪਾਣੀ ਬਹੁਤ ਪੀਣਾ ਹੈ, ਆਪਣੇ ਆਪ ਨੂੰ ਹਾਈਡਰੇਟਡ ਰੱਖਣਾ ਹੈ। ਜਿਹੜਾ ਪਿਸ਼ਾਬ ਦਾ ਰੰਗ ਹੁੰਦਾ ਹੈ ਜੇ ਉਹ ਪਾਣੀ ਵਰਗਾ ਹੈ, ਇਹਦਾ ਮਤਲਬ ਕਿ ਤੁਸੀਂ ਵੈਲ ਹਾਈਡਰੇਟਡ ਹੋ। ਜੇ ਤਾਂ ਕੰਸਨਟ੍ਰੇਟਡ ਯੂਰਿਨ ਆ ਰਿਹਾ, ਥੋੜਾ ਔਰੇਂਜਿਸ਼ ਆ ਰਿਹਾ ਜਾਂ ਪੀਲੇਪਨ 'ਚ ਆ ਰਿਹਾ, ਇਹਦਾ ਮਤਲਬ ਇਹ ਹੈ ਵੀ ਡੀਹਾਈਡਰੇਸ਼ਨ ਹੈਗੀ। ਤੇ ਡੀਹਾਈਡਰੇਸ਼ਨ ਇੱਕ ਬਹੁਤ ਵੱਡਾ ਕਾਜ਼ ਹੈ ਯੂਰੀਨਰੀ ਟਰੈਕਟ ਦੇ ਸਟੋਨ ਬਣਨ ਦਾ। ਦੂਜੀ ਚੀਜ਼, ਨਮਕ ਦੀ ਵਰਤੋਂ ਘੱਟ ਹੋਣੀ ਚਾਹੀਦੀ ਹੈ। ਤੀਜੀ ਚੀਜ਼ ਜਿਹੜੀ ਲੋਕਾਂ ਨੂੰ ਸਭ ਤੋਂ ਜ਼ਿਆਦਾ ਮਿਥ ਹੁੰਦੀ ਹੈ ਵੀ ਸਾਰੇ ਸਟੋਨ ਕੈਲਸ਼ੀਅਮ ਦੇ ਬਣੇ ਹੁੰਦੇ ਆ, ਜੇ ਕਿਸੇ ਨੂੰ ਸਟੋਨ ਹੋ ਗਿਆ ਤਾਂ ਕੈਲਸ਼ੀਅਮ ਦੀ ਖਪਤ ਹੀ ਘੱਟ ਕਰ ਦਿਓ। ਨਹੀਂ, ਕੈਲਸ਼ੀਅਮ, ਰੂਟੀਨ ਕੈਲਸ਼ੀਅਮ ਤੁਹਾਡੀ ਡਾਈਟ 'ਚ ਹੋਣਾ ਚਾਹੀਦਾ। ਜੇ ਰੂਟੀਨ ਕੈਲਸ਼ੀਅਮ ਤੁਹਾਡੀ ਡਾਈਟ 'ਚ ਘਟੇਗਾ ਤਾਂ ਹੋਰ ਬਹੁਤ ਸਟੋਨ ਨੇ ਜਿਹੜੇ ਬਣ ਜਾਣਗੇ। ਹੁਣੇ ਜਿਹੜਾ ਸੈਕਿੰਡ ਸਭ ਤੋਂ ਕਾਮਨ ਸਟੋਨ ਹੁੰਦਾ ਹੈ ਯੂਰਿਕ ਐਸਿਡ ਸਟੋਨ, ਉਹ ਪ੍ਰੋਟੀਨ ਦੇ ਕਾਰਨ ਹੁੰਦਾ। ਜੇ ਕਿਸੇ ਦਾ ਸਟੋਨ ਯੂਰਿਕ ਐਸਿਡ ਦਾ ਹੈਗਾ, ਉਹਨੂੰ ਪ੍ਰੋਟੀਨ ਦੀ ਵਰਤੋਂ, ਪਨੀਰ, ਨਾਨ ਵੈਜ, ਇਹ ਸਭ ਚੀਜ਼ਾਂ ਘੱਟ ਕਰਨੀ ਚਾਹੀਦੀਆਂ। ਤਾਂ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਹੈ। ਹੁਣ ਦੇਖੋ, ਜੇ ਆਪਾਂ ਇਹ ਗਿਣਨ ਲੱਗ ਜਾਈਏ ਵੀ ਕਿਹੜੀ ਡਾਈਟ 'ਚ ਕਿਹੜੀ ਚੀਜ਼ ਹੈ ਜਿਹੜੀ ਸਟੋਨ ਬਣਾਉਂਦੀ ਹੈ, ਕਿਹੜੀ ਨਹੀਂ ਬਣਾਉਂਦੀ, ਤਾਂ ਆਪਾਂ ਕੁਝ ਖਾ ਨਹੀਂ ਸਕਾਂਗੇ। ਮੈਂ ਇਹੀ ਗੁਜ਼ਾਰਿਸ਼ ਕਰਨਾ ਚਾਹੂੰਗਾ ਵੀ ਹਰ ਚੀਜ਼ ਲਿਮਿਟਿਡ ਖਾਓ। ਜੇ ਨਾਨ ਵੈਜ ਖਾਂਦੇ ਹੋ ਉਹਨੂੰ ਵੀ ਥੋੜ੍ਹਾ ਲਿਮਿਟਿਡ ਕਰੋ। ਇਹ ਨਹੀਂ ਵੀ ਰੋਜ਼ ਹੀ ਚਿਕਨ ਬਣ ਰਿਹਾ, ਤੇ ਭੁੱਖ ਨਾਲੋਂ ਥੋੜ੍ਹਾ ਜਿਹਾ ਘੱਟ ਖਾਓ। ਆਪਣੀ ਲਾਈਫ ਸਟਾਈਲ ਨੂੰ ਐਕਟਿਵ ਰੱਖੋ। ਸੋ ਇਹ ਸਨ ਡਾਕਟਰ ਯੋਗੇਸ਼ ਕਾਲੜਾ ਨਰਸਿੰਗ ਹੋਮ ਤੋਂ, ਜਿਨ੍ਹਾਂ ਨੇ ਸਾਨੂੰ ਮਹੱਤਵਪੂਰਨ ਜਾਣਕਾਰੀਆਂ ਜਿਹੜੀਆਂ ਨੇ ਪੱਥਰੀ ਦੇ ਰਿਲੇਟਿਡ ਦਿੱਤੀਆਂ ਨੇ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ, ਸਾਰੀਆਂ ਸਮੱਸਿਆਵਾਂ ਦਾ ਹੱਲ 101% ਕੀਤਾ ਜਾਵੇਗਾ। ਜਦੋਂ ਕਿੱਥੋਂ ਵੀ ਨਾ ਹੋਵੇ ਕੰਮ, ਤੇ ਸਾਡੇ ਤੋਂ ਲਵੋ ਆਪਣੀ ਸਮੱਸਿਆ ਦਾ ਹੱਲ, ਕਿਉਂਕਿ ਸਾਡਾ ਕੰਮ ਹੀ ਸਾਡਾ ਚੈਲੰਜ ਹੈ। ਅਸੀਂ ਕਹਿੰਦੇ ਨਹੀਂ, ਕਰਕੇ ਦਿਖਾਉਂਦੇ ਹਾਂ। ਅੱਜ ਤੱਕ ਤੁਹਾਡਾ ਕੰਮ ਕਿਸੇ ਦੇ ਕੋਲੋਂ ਕਿਉਂ ਨਹੀਂ ਹੋਇਆ? ਆਓ ਤੁਹਾਨੂੰ ਦੱਸਦੇ ਹਾਂ। ਫੋਨ ਦੇ ਰਾਹੀਂ 101% ਹੱਲ ਮਿਲੇਗਾ, ਉਹ ਵੀ ਤੁਹਾਨੂੰ ਸਿਰਫ 24 ਘੰਟੇ ਵਿੱਚ। ਦੁਨੀਆ ਦੀ ਕਿਸੇ ਵੀ ਥਾਂ ਤੋਂ ਬੈਠੇ ਬਿਠਾਏ ਆਪਣਾ ਕੰਮ ਕਰਾਓ, ਉਹ ਵੀ ਫੋਨ ਦੇ ਰਾਹੀਂ। ਜੇ ਤੁਸੀਂ ਕਿਸੇ ਕੁੜੀ ਨੂੰ ਆਪਣੇ ਵਸ਼ ਵਿੱਚ ਕਰਨਾ ਚਾਹੁੰਦੇ ਹੋ, ਆਪਣੀ ਪ੍ਰੇਮਿਕਾ ਨੂੰ ਵਸ਼ ਵਿੱਚ ਕਰਨਾ ਚਾਹੁੰਦੇ ਹੋ, ਜਾਂ ਫਿਰ ਆਪਣੀ ਐਕਸ ਗਰਲਫ੍ਰੈਂਡ ਨੂੰ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਥਾਂ ਦੇਣਾ ਚਾਹੁੰਦੇ ਹੋ, ਆਪਣੇ ਪ੍ਰੇਮੀ ਨੂੰ ਵਸ਼ ਵਿੱਚ ਕਰਨਾ ਚਾਹੁੰਦੇ ਹੋ, ਜੇ ਤੁਸੀਂ ਵੀ ਕਿਤੇ ਕਿਰਾਏ ਦੀ ਸਮੱਸਿਆ ਨਾਲ ਜੂਝ ਰਹੇ ਹੋ, ਕਾਲੇ ਜਾਦੂ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ, ਲਵ ਮੈਰਿਜ, ਇੰਟਰਕਾਸਟ ਲਵ ਮੈਰਿਜ, ਜਾਂ ਫਿਰ ਖੋਏ ਹੋਏ ਪਿਆਰ ਨੂੰ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਲਿਆਉਣਾ ਚਾਹੁੰਦੇ ਹੋ, ਦੁਸ਼ਮਣ ਤੋਂ ਛੁਟਕਾਰਾ, ਕਾਮਦੇਵ ਮੰਤਰ ਬਾਬਾ ਜੀ ਸਪੈਸ਼ਲ ਤੁਹਾਡੇ ਵਾਸਤੇ ਲੈ ਕੇ ਆਏ ਨੇ। ਅਗਰ ਤੁਹਾਡਾ ਘਰ ਵਾਲਾ ਤੁਹਾਨੂੰ ਪਿਆਰ ਨਹੀਂ ਕਰਦਾ, ਜਾਂ ਕਿਸੇ ਹੋਰ ਔਰਤ ਦੇ ਚੱਕਰ ਵਿੱਚ ਰਹਿੰਦਾ ਹੈ, ਜਾਂ ਫਿਰ ਬੁਰੀ ਸੰਗਤ ਵਿੱਚ ਫਸਿਆ ਹੋਇਆ ਹੈ, ਤੁਸੀਂ ਕਾਲ ਕਰ ਸਕਦੇ ਹੋ ਆਪਣੇ ਬਾਬਾ ਜੀ ਨੂੰ। ਬਾਬਾ ਜੀ ਤੋਂ ਤੁਸੀਂ ਫਾਇਦਾ ਲਵੋ ਮੋਨੀ ਵਸ਼ੀਕਰਨ ਦਾ। ਅਗਰ ਤੁਹਾਡੇ ਬੱਚੇ ਵੀ ਤੁਹਾਡੇ ਕਹਿਣੇ ਤੋਂ ਬਾਹਰ ਹੋ ਚੁੱਕੇ ਹਨ, ਜੇਕਰ ਕਿਸੇ ਹੋਰ ਦੀ ਗੱਲਾਂ ਵਿੱਚ ਆ ਕੇ ਗਲਤ ਕੰਮ ਕਰਦੇ ਹਨ, ਤਾਂ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਤੁਹਾਡੀ ਸਾਰੀ ਸਮੱਸਿਆਵਾਂ ਦਾ ਹੱਲ ਬਾਬਾ ਜੀ 24 ਘੰਟੇ ਵਿੱਚ ਕਰਕੇ ਦੇਣਗੇ। ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਹੁਣ ਘਰ ਬੈਠੇ ਆਪਣੀ ਪਰੇਸ਼ਾਨੀ ਦਾ ਹੱਲ ਬਾਬਾ ਜੀ ਤੋਂ ਕਰਵਾ ਸਕਦੇ ਹੋ, ਉਹ ਵੀ ਮੋਨੀ ਵਸ਼ੀਕਰਨ ਰਾਹੀਂ।